जी आयां नूं प्यारे विद्यार्थियों, सीनियर सैकेंडरी क्लासेस दी इंग्लिश दी बुक इंग्लिश ग्रामर एंड कंपोजिशन उसका लैसन नंबर 19 अनसीन कॉम्प्रीहेंशन उसका पैराग्राफ नंबर 3 इस वीडियो च करन जा रहे हाँ। सो तुसी सारे नोटबुक ते पेन लै लो ते जिहड़ी ट्रांसलेशन कीती जाएगी, अर्थ कीते जाणगे पैराग्राफ दे, उहनूं बड़े ध्यान दे नाल सुणो। ਜਿਹੜੇ ਨਵੇਂ ਸ਼ਬਦ ਤੁਹਾਨੂੰ ਸੁਣਨ ਨੂੰ ਮਿਲਦੇ ਨੇ ਉਹਨਾਂ ਦੇ ਅਰਥਾਂ ਨੂੰ ਆਪਣੀ ਨੋਟਬੁੱਕ ਵਿੱਚ ਉਤਾਰ ਲਓ, ਕੰਠ ਕਰ ਲਓ ਤੇ ਪੈਰਾਗ੍ਰਾਫ ਨੂੰ ਜੇ ਧਿਆਨ ਦੇ ਨਾਲ ਸੁਣੋਗੇ, ਉਹਦੇ ਅਰਥਾਂ ਨੂੰ ਸੁਣੋਗੇ, ਫਿਰ ਉਹਦੇ ਸਵਾਲਾਂ ਦੇ ਜਵਾਬ ਦੇਣੇ ਤੇ ਜਿਹੜੇ ਸਵਾਲ ਦੇ ਜਵਾਬ ਮੈਂ ਤਿਆਰ ਕੀਤੇ ਨੇ ਉਹ ਜਵਾਬ ਨੂੰ ਸਮਝਣਾ ਤੁਹਾਡੇ ਲਈ ਸੌਖਾ ਹੋ ਜਾਏਗਾ। ਸੋ ਆਓ ਸ਼ੁਰੂ ਕਰੀਏ। ਸੋ ਰੀਡ ਦੀ ਫੋਲੋਇੰਗ ਪੈਸੇਜ ਐਂਡ ਆਨਸਰ ਦੀ ਕੁਐਸਚਨਸ ਗਿਵਨ ਬਿਲੋ, ਅਰਥਾਤ ਹੇਠ ਲਿਖਿਆ ਪੈਸੇਜ ਪੈਰਾਗ੍ਰਾਫ ਪੜ੍ਹੋ ਅਤੇ ਥੱਲੇ ਦਿੱਤੇ ਹੋਏ ਸਵਾਲਾਂ ਦੇ ਜਵਾਬ ਦਿਓ। ਜੌਨ ਡੈਲਟਨ ਵਾਜ਼ ਐਨ ਇੰਗਲਿਸ਼ ਕੈਮਿਸਟ। ਇੰਗਲਿਸ਼ ਦਾ ਮਤਲਬ ਹੈ ਵੀ ਇੰਗਲੈਂਡ ਦਾ ਰਹਿਣ ਵਾਲਾ, ਇੰਗਲੈਂਡ ਵਿੱਚ ਜਨਮਿਆ। ਠੀਕ ਹੈ। ਸੋ ਜੌਨ ਡੈਲਟਨ ਵਾਜ਼ ਐਨ ਇੰਗਲਿਸ਼ ਕੈਮਿਸਟ ਮੈਨੇ ਰਸਾਇਣ ਵਿਗਿਆਨੀ। ਕੈਮਿਸਟ ਹੁੰਦੇ ਨੇ ਜਿਹੜੇ ਰਸਾਇਣਾਂ ਦੇ, ਕੈਮੀਕਲਸ ਦੇ ਮਾਹਰ ਹੁੰਦੇ ਨੇ, ਦਵਾਈਆਂ ਦੇ ਮਾਹਰ ਹੁੰਦੇ ਨੇ। ਹੂਜ਼ ਐਟੋਮਿਕ ਥਿਊਰੀ, ਜਿਹਦੀ ਐਟਮੀ ਥਿਊਰੀ, ਜਿਹਦੀ ਪਰਮਾਣੂ ਥਿਊਰੀ ਜਾਂ ਅਣੂ ਦੀ ਥਿਊਰੀ ਜਿਹੜੀ ਹੈ, ਇਸ ਦੀ ਬੇਸਿਸ ਆਫ ਕੈਮਿਸਟਰੀ, ਜੋ ਕਿ ਰਸਾਇਣ ਵਿਗਿਆਨ ਦਾ ਆਧਾਰ ਹੈ। ਇਹ ਬੱਚੋ ਜੌਨ ਡੈਲਟਨ ਦਾ ਜਿਹੜਾ ਹੈ ਜ਼ਿਕਰ ਤੁਸੀਂ ਆਪਣੀ 10ਵੀਂ ਦੀ ਕਿਤਾਬਾਂ ਦੀ ਜਿਹੜੀ ਸਾਇੰਸ ਦੀ ਕਿਤਾਬ ਹੈ ਉਹਦੇ 'ਚ ਇਹਦਾ ਜ਼ਿਕਰ ਆਉਂਦਾ ਹੈ ਜੌਨ ਡੈਲਟਨ ਦਾ। ਮਤਲਬ ਕਿ ਪਹਿਲਾ ਬੰਦਾ ਸੀ ਜਿਹਨੇ ਐਟੋਮਿਕ ਥਿਊਰੀ ਜਿਹੜੀ ਹੈ ਇਹਨੂੰ ਮੋਰੇ ਲਿਆਂਦਾ ਸੀ। ਸੋ ਇੰਗਲੈਂਡ ਦਾ ਰਹਿਣ ਵਾਲਾ ਸੀ, ਕੈਮਿਸਟ ਸੀ, ਤੇ ਉਹਦੀ ਜਿਹੜੀ ਦਿੱਤੀ ਹੋਈ ਐਟੋਮਿਕ ਥਿਊਰੀ ਹੈ ਉਹ ਰਸਾਇਣ ਵਿਗਿਆਨ ਦਾ ਆਧਾਰ ਹੈ। ਠੀਕ ਹੈ। ਡੈਲਟਨ ਕੁਡ ਨਾਟ ਡਿਸਟਿੰਗੁਇਸ਼ ਹੁੰਦਾ ਨਿਖੇੜਾ ਕਰਨਾ, ਅੱਡ ਅੱਡ ਪਛਾਣ ਕਰਨੀ। ਸੋ ਕਾਹਦੀ? ਰੈੱਡ ਫਰੋਮ ਗ੍ਰੀਨ, ਅਰਥਾਤ ਜਿਹੜਾ ਡੈਲਟਨ ਸੀਗਾ ਉਹ ਕਲਰ ਬਲਾਈਂਡ ਸੀਗਾ, ਅਰਥਾਤ ਉਹ ਲਾਲ ਰੰਗ ਨੂੰ ਹਰੇ ਰੰਗ ਤੋਂ ਨਿਖੇੜ ਨਹੀਂ ਸਕਦਾ ਸੀਗਾ, ਅਰਥਾਤ ਉਹ ਲਾਲ ਹੋਰ ਹਰੇ ਰੰਗ ਦਾ ਅੰਤਰ ਨਹੀਂ ਦੱਸ ਸਕਦਾ ਸੀ, ਉਹਨੂੰ ਦੋਨੋਂ ਰੰਗ ਇੱਕੋ ਜਿਹੇ ਜਾਪਦੇ ਸੀ। ਜਿਸ ਬੰਦੇ ਨੂੰ ਇਹ ਬਿਮਾਰੀ ਹੁੰਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਕਲਰ ਬਲਾਈਂਡ। ਬੱਚੋ ਜਦੋਂ ਮੈਂ ਮਰਚੈਂਟ ਨੇਵੀ ਜੁਆਇਨ ਕੀਤੀ, ਜਦੋਂ ਮੇਰਾ ਰਿਟਨ ਟੈਸਟ ਕਲੀਅਰ ਹੋ ਗਿਆ, ਆਪਣਾ ਇੰਟਰਵਿਊ ਵੀ ਕਲੀਅਰ ਹੋ ਗਿਆ, ਸਾਰਾ ਮੈਡੀਕਲ ਕਰਾਉਣਾ ਸੀਗਾ। ਸੋ ਮੈਡੀਕਲ ਵਿੱਚ ਸਾਡੀ ਅੱਖਾਂ ਟੈਸਟ ਕੀਤੀਆਂ ਜਾਂਦੀਆਂ ਵੀ ਸਾਨੂੰ ਲਾਲ ਰੰਗ ਦੀ ਤੇ ਹਰੇ ਰੰਗ ਦੀ ਪਛਾਣ ਹੁੰਦੀ ਕਿ ਨਹੀਂ ਹੁੰਦੀ, ਕਿਉਂਕਿ ਜਹਾਜ਼ ਦੇ ਉੱਤੇ ਜਦੋਂ ਰਾਤੀ ਜਹਾਜ਼ ਚੱਲਦੇ ਨੇ ਪੂਰਾ ਹਨੇਰਾ ਹੁੰਦਾ ਹੈ ਤੇ ਜਹਾਜ਼ ਦੇ ਖੱਬੇ ਪਾਸੇ ਲਾਲ ਲਾਈਟ ਵਰਤੀ ਜਾਂਦੀ ਹੈ, ਸੱਜੇ ਪਾਸੇ ਹਰੀ ਲਾਈਟ ਵਰਤੀ ਜਾਂਦੀ ਹੈ ਤੇ ਗੱਭੇ ਉਹਦੇ ਪੀਲੀਆਂ ਲਾਈਟਾਂ ਹੁੰਦੀਆਂ, ਤਾਂ ਕਿ ਹਨੇਰੇ 'ਚ ਸਾਨੂੰ ਲਾਲ ਔਰ ਹਰੀ ਲਾਈਟ ਦੇਖ ਕੇ ਪਤਾ ਲੱਗ ਜਾਂਦਾ ਵੀ ਜਹਾਜ਼ ਦਾ ਕਿਹੜਾ ਪਾਸਾ ਸਾਡੇ ਵੱਲ ਨੂੰ ਹੈ। ਸੋ ਇਹੀ ਹਾਲ ਹੈਗਾ ਹਵਾਈ ਜਹਾਜ਼ ਦੇ ਵਿੱਚ, ਹਵਾਈ ਜਹਾਜ਼ 'ਚ ਵੀ ਇਸ ਤਰ੍ਹਾਂ ਹੀ ਹੁੰਦਾ, ਇਹੀ ਹਾਲ ਹੈਗਾ ਟ੍ਰੇਨਾਂ ਦੇ ਵਿੱਚ। ਸੋ ਬੱਚੇ ਤੁਹਾਡੀ ਜਾਣਕਾਰੀ 'ਚ ਵਾਧਾ ਕਰਦਾ, ਜਿਹੜਾ ਬੰਦਾ ਕਲਰ ਬਲਾਈਂਡ ਹੋਏਗਾ, ਅਰਥਾਤ ਜੋ ਲਾਲ ਔਰ ਹਰੇ ਰੰਗ ਦਾ ਨਿਖੇੜਾ ਨਹੀਂ ਕਰ ਸਕੇਗਾ, ਜਾਂ ਕੁਝ ਹੋਰ ਰੰਗ ਵੀ ਹੁੰਦੇ ਨੇ ਜਿਨ੍ਹਾਂ ਦਾ ਨਿਖੇੜਾ ਨਹੀਂ ਕਰ ਸਕਦਾ, ਉਹ ਰੇਲਵੇ ਡਰਾਈਵਰ ਦੀ ਨੌਕਰੀ ਨਹੀਂ ਕਰ ਸਕਦਾ, ਉਹ ਏਅਰਲਾਈਨ ਦਾ ਪਾਇਲਟ ਨਹੀਂ ਬਣ ਸਕਦਾ, ਉਹ ਮਰਚੈਂਟ ਨੇਵੀ ਜੁਆਇਨ ਨਹੀਂ ਕਰ ਸਕਦਾ। ਖਾਸ ਤੌਰ 'ਤੇ ਉਹ ਬੰਦੇ ਵੀ ਜਿਨ੍ਹਾਂ ਨੇ ਕੰਟਰੋਲਾਂ 'ਤੇ ਬਹਿਣਾ ਹੈ ਤੇ ਕੰਟਰੋਲਾਂ ਦੇ ਅਲੱਗ-ਅਲੱਗ ਇੰਡੀਕੇਟਰ ਬਣੇ ਹੁੰਦੇ ਨੇ, ਯੈਲੋ ਇੰਡੀਕੇਟਰ, ਰੈੱਡ ਇੰਡੀਕੇਟਰ, ਹਰਾ ਇੰਡੀਕੇਟਰ, ਬਲਬ ਜਗਦੇ ਨਾ ਵੀ ਹਰਾ ਬਲਬ ਜਗੇ ਤੇ ਇਹਦਾ ਮਤਲਬ ਵੀ ਮਸ਼ੀਨ ਔਨ ਹੈਗੀ ਹੈ, ਲਾਲ ਬਲਬ ਜਗਿਆ ਤੇ ਇਹਦਾ ਮਤਲਬ ਵੀ ਕੋਈ ਖਤਰਾ ਹੈਗਾ ਹੈ ਨਾ। ਤੇ ਉਹ ਜਿਹੜਾ ਬੰਦਾ ਮੋਰੇ ਕੰਟਰੋਲ ਤੇ ਬੈਠਾ ਹੈ ਉਹਨੂੰ ਪਤਾ ਨਹੀਂ ਲੱਗੇਗਾ ਵੀ ਇਹ ਰੈੱਡ ਲਾਈਟ ਹੈਗੀ ਕਿ ਹਰੀ ਲਾਈਟ ਹੈਗੀ ਹੈ, ਉਹਨੂੰ ਪਤਾ ਨਹੀਂ ਲੱਗਿਆ। ਸੋ ਇਹੋ ਜਿਹਾ ਬੰਦਾ ਕਲਰ ਬਲਾਈਂਡ ਜਿਹੜਾ ਹੈ ਉਹ ਇਹੋ ਜਿਹੀ ਨੌਕਰੀ ਨਹੀਂ ਕਰ ਸਕਦਾ। ਇਹ ਤੁਹਾਡੀ ਜਾਣਕਾਰੀ 'ਚ ਮੈਂ ਵਾਧਾ ਕਰ ਰਿਹਾ। ਤੇ ਦੂਜੀ ਗੱਲ ਹੈ ਬੱਚਿਓ, ਇਹ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ। ਸੋ ਇਹ ਵੀ ਮੈਂ ਤੁਹਾਨੂੰ ਕਿਸੇ ਦੇ ਭੁਲੇਖੇ ਵਿੱਚ ਨਾ ਪਿਓ। ਤੇ ਇਹ ਬਿਮਾਰੀ ਆਮ ਨਹੀਂ ਹੁੰਦੀ। ਜਦੋਂ ਅਸੀਂ ਜੁਆਇਨ ਕੀਤਾ, ਅਸੀਂ ਕਰੀਬ 300 ਮੁੰਡੇ ਗਏ ਉਹ ਮੈਡੀਕਲ ਕਰਾਉਣ, ਤੇ ਮੈਨੂੰ ਯਾਦ ਹੈ 2 ਮੁੰਡੇ ਸੀਗੇ ਜਿਹੜੇ ਕਲਰ ਬਲਾਈਂਡ ਨਿਕਲੇ 300 ਵਿੱਚੋਂ, ਤੇ ਉਹਨਾਂ ਨੂੰ ਘਰ ਜਾਣਾ ਪਿਆ। ਬਾਕੀ ਹਰ ਪੱਖੋਂ ਠੀਕ ਸੀਗੇ, ਕੱਦ ਕਾਠੀ ਪੱਖੋਂ ਕੋਈ ਬਿਮਾਰੀ ਨਹੀਂ ਸੀਗੀ। ਔਰ ਬੱਚਿਓ ਕਲਰ ਬਲਾਈਂਡਨੈਸ ਦੀ ਬਿਮਾਰੀ ਜਮਾਂਦਰੂ ਹੁੰਦੀ ਹੈ। ਜਮਾਂਦਰੂ ਜਨਮ ਤੋਂ ਹੀ ਕੋਈ ਇਹੋ ਜਿਹੇ ਸੈੱਲ ਹੁੰਦੇ ਨੇ ਜੋ ਸਰੀਰ ਵਿੱਚ ਨਹੀਂ ਹੁੰਦੇ, ਜਿਹਦੇ ਕਰਕੇ ਬੰਦੇ ਨੂੰ ਰੰਗਾਂ ਦਾ ਨਹੀਂ ਪਤਾ ਲੱਗਦਾ। ਇਹ ਗੱਲ ਕਿਉਂਕਿ ਇੱਥੇ ਇਹਦੇ ਨਾਲ ਆ ਗਈ ਸੀ ਜੁੜੀ ਹੋ, ਤੇ ਮੈਂ ਸੋਚਿਆ ਤੁਹਾਡੀ ਜਾਣਕਾਰੀ ਵਿੱਚ ਮੈਂ ਨਾਲ ਜੁੜਦੀ ਗੱਲ ਜੋੜ ਦੇਵਾਂ। ਠੀਕ ਹੈ। ਸੋ ਜਿਹੜਾ ਡੈਲਟਨ ਸੀਗਾ ਬੱਚਿਓ ਸਾਇੰਟਿਸਟ, ਉਹ ਵੀ ਕਲਰ ਬਲਾਈਂਡ ਸੀਗਾ। ਹੀ ਕੁਡ ਨਾਟ ਡਿਸਟਿੰਗੁਇਸ਼ ਰੈੱਡ ਫਰੋਮ ਗ੍ਰੀਨ। ਉਹ ਲਾਲ ਤੋਂ ਹਰੇ ਦਾ ਨਿਖੇੜਾ ਨਹੀਂ ਕਰ ਸਕਦਾ ਸੀਗਾ, ਉਹਦੀ ਪਛਾਣ ਨਹੀਂ ਕਰ ਸਕਦਾ ਸੀਗਾ। ਇਨ 1784 ਵਿੱਚ ਹੀ ਵਾਜ਼ ਦੀ ਫਸਟ, ਉਹ ਪਹਿਲਾ ਬੰਦਾ ਸੀਗਾ ਟੂ ਡਿਸਕਰਾਈਬ
ਵੇਰਵਾ ਦੇਣ ਵਾਲਾ ਕਿਹਦਾ ਕਲਰ ਬਲਾਈਂਡਨੈਸ ਦਾ। ਇਹ ਜਿਹੜੀ ਬਿਮਾਰੀ ਹੈ ਕਲਰ ਬਲਾਈਂਡਨੈਸ ਮਤਲਬ ਕਿ ਬੰਦਾ ਜਿਹੜਾ ਰੰਗਾਂ ਦੇ ਪੱਖਾਂ ਤੋਂ ਅੰਨਾ ਹੈ, ਜੋ ਰੰਗਾਂ ਦੀ ਪਛਾਣ ਨਹੀਂ ਕਰ ਸਕਦਾ, ਜਿਹਨੂੰ ਇਹ ਬਿਮਾਰੀ ਹੈ, ਉਹਦਾ ਵੇਰਵਾ ਦੇਣ ਵਾਲਾ ਡੈਲਟਨ ਪਹਿਲਾ ਬੰਦਾ ਸੀ which came to be known as ਡੈਲਟਨਿਜ਼ਮ। ਕਿਉਂਕਿ ਉਹ ਪਹਿਲਾ ਬੰਦਾ ਸੀਗਾ, ਸੋ ਕਲਰ ਬਲਾਈਂਡਨੈਸ ਦੀ ਜਿਹੜੀ ਬਿਮਾਰੀ ਹੈ ਉਹਦਾ ਨਾਮ ਪੈ ਗਿਆ ਡੈਲਟਨਿਜ਼ਮ, ਕਿਉਂਕਿ ਉਹਨੇ ਇਹਦਾ ਜ਼ਿਕਰ ਕੀਤਾ ਸੀ, ਇਹਦਾ ਵੇਰਵਾ ਦਿੱਤਾ ਸੀ। ਸੋ ਇਸ ਬਿਮਾਰੀ ਨੂੰ ਕਿਹਾ ਜਾਣ ਲੱਗ ਗਿਆ ਡੈਲਟਨਿਜ਼ਮ। ਹਾਲਾਂਕਿ ਅੰਗਰੇਜ਼ੀ ਵਿੱਚ ਅਸੀਂ ਹੁਣ ਡੈਲਟਨਿਜ਼ਮ ਨਹੀਂ ਕਹਿੰਦੇ, ਅਸੀਂ ਕਲਰ ਬਲਾਈਂਡਨੈਸ ਕਹਿੰਦੇ ਹਾਂ, ਪਰ ਕਹਿੰਦੇ ਦੀ ਵਰਡ ਇਜ਼ ਸਟਿਲ ਯੂਜ਼ਡ ਇਨ ਫ੍ਰੈਂਚ, ਸਪੈਨਿਸ਼ ਐਂਡ ਰਸ਼ੀਅਨ। ਪਰ ਕਹਿੰਦੇ ਫ੍ਰੈਂਚ ਬੋਲੀ, ਫਰਾਂਸ ਦੀ ਬੋਲੀ ਵਿੱਚ, ਸਪੇਨ ਦੀ ਬੋਲੀ ਵਿੱਚ ਤੇ ਰੂਸ ਦੀ ਬੋਲੀ ਵਿੱਚ ਡੈਲਟਨਿਜ਼ਮ ਸ਼ਬਦ ਹਾਲੇ ਵੀ ਵਰਤਿਆ ਜਾਂਦਾ ਹੈ। ਉੱਥੇ ਕਲਰ ਬਲਾਈਂਡਨੈਸ ਨਹੀਂ ਵਰਤਦੇ, ਉਹ ਡੈਲਟਨਿਜ਼ਮ ਵਰਤਦੇ ਨੇ। ਠੀਕ ਹੈ, ਅੱਗੇ ਚਲੀਏ। ਫਿਰ ਕਹਿੰਦੇ ਆਫਟਰ ਹਿਜ਼ ਡੈਥ, ਅਰਥਾਤ ਡੈਲਟਨ ਦੀ ਮੌਤ ਦੇ ਮਗਰੋਂ, ਦੀ ਸਾਇੰਟਿਸਟਸ ਵਿਗਿਆਨੀਆਂ ਨੇ ਫਰੋਮ ਲੰਡਨ ਐਂਡ ਕੈਂਬਰਿਜ, ਕੈਂਬਰਿਜ ਇੱਕ ਸ਼ਹਿਰ ਦਾ ਨਾਮ ਹੈ ਜਿਹੜਾ ਯੂਕੇ ਦੇ ਵਿੱਚ ਹੈਗਾ, ਬ੍ਰਿਟੇਨ ਵਿੱਚ, ਅਰਥਾਤ ਲੰਡਨ ਤੇ ਕੈਂਬਰਿਜ ਦੇ ਵਿਗਿਆਨੀਆਂ ਨੇ ਐਗਜ਼ਾਮਿਨ ਮੈਨੇ ਪੜਤਾਲ ਕੀਤੀ, ਨਿਰੀਖਣ ਕੀਤਾ, ਪਰਖ ਕੀਤਾ ਕਿ DNA। ਹੁਣ ਬੱਚੇ DNA ਕੀ ਹੁੰਦਾ ਹੈ? ਇਹ DNA ਵੀ ਤੁਸੀਂ 9ਵੀਂ 10ਵੀਂ ਦੀ ਸਾਇੰਸ ਦੀ ਕਿਤਾਬ 'ਚ ਪੜ੍ਹ ਚੁੱਕੇ ਹੋ। ਮੈਂ ਤੁਹਾਨੂੰ ਵਾਰ-ਵਾਰ ਚੇਤਾ ਕਰ ਰਿਹਾ ਕਿ ਹੁਣ ਤੁਸੀਂ 11ਵੀਂ 12ਵੀਂ ਦੀ ਕਿਤਾਬ ਹੈਗੀ ਹੈ। ਹੁਣ ਇੱਧਰੋਂ ਪਤਾ ਲੱਗਦਾ ਕਿ ਬੱਚੋ ਸਾਰੀਆਂ ਕਲਾਸਾਂ ਇੱਕ ਦੂਜੀ ਨਾਲ ਜੁੜੀਆਂ ਹੋਈਆਂ। ਜਦੋਂ ਅਸੀਂ ਪਿਛਲੀ ਕਲਾਸਾਂ ਵਿੱਚ ਦਾਂ ਦੇ ਨਾਲ ਨਹੀਂ ਪੜ੍ਹਦੇ, ਫਿਰ ਅਗਲੀ ਕਲਾਸਾਂ ਵਿੱਚ ਸਾਨੂੰ ਮੁਸ਼ਕਿਲ ਹੁੰਦੀ। ਸੋ DNA ਦੀ ਫੁੱਲ ਫਾਰਮ ਕੀ ਹੈ ਮੈਂ ਤੁਹਾਨੂੰ ਦੱਸ ਦਿੰਦਾ। ਡੀਆਕਸੀ ਰਿਬੋ ਨਿਊਕਲਿਕ ਐਸਿਡ। ਡੀ ਤੋਂ ਬਣ ਗਿਆ ਡੀਆਕਸੀ ਰਿਬੋ, ਐਨ ਤੋਂ ਬਣ ਗਿਆ ਨਿਊਕਲਿਕ, ਏ ਤੋਂ ਬਣ ਗਿਆ ਐਸਿਡ। ਇਹ ਬੱਚੋ ਜੈਨੇਟਿਕ ਮਟੀਰੀਅਲ ਹੁੰਦਾ ਹੈ, ਜਿਹਨੂੰ ਅਸੀਂ ਕਹਿ ਸਕਦੇ ਹਾਂ ਜੈਨੇਟਿਕ ਕੋਡ ਜਾਂ ਜਿਣਸੀ ਕੋਡ ਹੁੰਦਾ ਹੈ ਹਰ ਮਨੁੱਖ ਦੇ ਵਿੱਚ, ਜਿਹਦੇ ਰਾਹੀਂ ਮਾਪਿਆਂ ਦੇ ਗੁਣ ਬੱਚਿਆਂ ਵਿੱਚ ਆਉਂਦੇ ਨੇ। ਵੀ ਚਾਹੇ ਕੇਸਾਂ ਦਾ ਰੰਗ ਹੈਗਾ, ਚਾਹੇ ਉਹ ਤੁਹਾਡੀ ਚਮੜੀ ਦਾ ਰੰਗ ਹੈਗਾ, ਚਾਹੇ ਉਹ ਤੁਹਾਡਾ ਅੱਖਾਂ ਦਾ ਰੰਗ ਹੈਗਾ, ਜਾਂ ਹੋਰ ਵੀ ਤੁਹਾਡੇ ਸਰੀਰ ਦੀ ਕੱਦ ਕਾਠੀ ਹੈਗੀ ਹੈ, ਜਾਂ ਕੋਈ ਜਿਣਸੀ ਬਿਮਾਰੀਆਂ ਹੈਗੀਆਂ ਨੇ। ਹਰ ਚੀਜ਼ ਜਿਹੜੀ ਹੁੰਦੀ, ਕਾਫੀ ਸਾਰੇ ਗੁਣ ਜਿਹੜੇ ਮਾਤਾ ਪਿਤਾ ਦੇ DNA ਰਾਹੀਂ ਅੱਗੇ ਬੱਚਿਆਂ ਵਿੱਚ ਆਉਂਦੇ ਨੇ। ਸੋ ਕਹਿੰਦੇ ਜਿਹੜੇ ਲੰਡਨ ਤੇ ਕੈਂਬਰਿਜ ਦੇ ਵਿਗਿਆਨੀਆਂ ਨੇ ਐਗਜ਼ਾਮਿਨ DNA ਫਰੋਮ ਫਰੈਗਮੈਂਟਸ ਆਫ ਡੈਲਟਨਸ ਆਈਜ਼, ਜਿਹੜੀ ਡੈਲਟਨ ਦੀਆਂ ਅੱਖਾਂ ਸੀਗੀਆਂ ਉਹਦੇ ਜਿਹੜੇ ਅੰਸ਼ ਲੈ ਕੇ, ਫਰੈਗਮੈਂਟ ਮੈਨੇ ਉਹਦਾ ਚੂਰਾ ਲੈ ਕੇ, ਅੱਖਾਂ ਦਾ ਕੋਈ ਪੁਤਲੀ ਲਈ ਹੋਣੀ ਹੈ, ਕੋਈ ਟੁਕੜਾ ਲਿਆਉਣਾ ਸੈੱਲ ਲੈ ਕੇ, ਉਹਦੇ ਵਿੱਚ ਜੋ DNA ਸੀਗਾ ਉਹਦੀ ਪਰਖ ਕੀਤੀ, ਤੇ ਅੱਖਾਂ ਕਿਹੜੀਆਂ ਸੀ? ਪ੍ਰੀਜ਼ਰਵਡ ਐਟ ਹਿਜ਼ ਰਿਕੁਐਸਟ, ਜਿਹੜੀਆਂ ਅੱਖਾਂ ਉਹਦੀ ਬੇਨਤੀ ਤੇ ਸਾਂਭ ਕੇ ਰੱਖੀਆਂ ਗਈਆਂ ਸਨ, ਕਿਹਦੇ ਵੱਲੋਂ? ਬਾਏ ਦੀ ਮੈਨਚੈਸਟਰ ਲਿਟਰਰੀ ਐਂਡ ਫਿਲੋਸਫੀਕਲ ਸੁਸਾਇਟੀ। ਮੈਨਚੈਸਟਰ ਵਿੱਚ ਸ਼ਹਿਰ ਦਾ ਨਾਮ ਹੈਗਾ ਯੂਕੇ ਦੇ ਵਿੱਚ, ਸੋ ਉਹਦੇ ਨਾਂ ਤੇ ਬਣੀ ਸੁਸਾਇਟੀ। ਲਿਟਰਰੀ ਮੈਨੇ ਸਾਹਿਤਕ, ਫਿਲੋਸਫੀਕਲ ਮੈਨੇ ਦਾਰਸ਼ਨਿਕ, ਸੁਸਾਇਟੀ ਮੈਨੇ ਉਹ ਸਭਾ। ਸੋ ਮੈਨਚੈਸਟਰ ਸਾਹਿਤਕ ਅਤੇ ਦਾਰਸ਼ਨਿਕ ਸਭਾ ਵੱਲੋਂ ਉਹ ਜਿਹੜੀਆਂ ਅੱਖਾਂ ਸੀ ਸਾਂਭ ਕੇ ਰੱਖੀਆਂ ਗਈਆਂ ਸੀਗੀਆਂ, ਤੇ ਉਹ ਬੇਨਤੀ ਕੀਤੀ ਸੀ ਸਾਂਭ ਕੇ ਰੱਖਣ ਦੀ ਉਹਨੇ, ਐਟ ਹਿਜ਼ ਰਿਕੁਐਸਟ। ਡੈਲਟਨ ਨੇ ਆਪ ਹੀ ਕਿਹਾ ਸੀ ਮੇਰੇ ਮਰਨ ਤੋਂ ਬਾਅਦ ਮੇਰੀਆਂ ਅੱਖਾਂ ਨੂੰ ਸਾਂਭ ਕੇ ਰੱਖੋ ਤੇ ਬਾਅਦ ਚੋਂ ਇਹਦੀ ਪੜਤਾਲ ਕਰੋ, ਨਿਰੀਖਣ ਕਰੋ, ਇਹ ਤੇ ਖੋਜ ਕਰੋ। ਠੀਕ ਹੈ, ਐਂਡ ਹੈਵ ਸ਼ੋਨ, ਤੇ ਫਿਰ ਜਿਹੜੇ ਸਾਇੰਟਿਸਟਾਂ ਨੇ ਸਾਰੀ ਖੋਜ ਕੀਤੀ, ਪੜਤਾਲ ਕੀਤੀ, ਉਹਦੀ ਅੱਖਾਂ ਦਾ ਨਿਰੀਖਣ ਕੀਤਾ, DNA ਦੇਖਿਆ, ਤੇ ਕਹਿੰਦੇ ਹੈਵ ਸ਼ੋਨ, ਉਹਨੇ ਦੱਸਿਆ ਕਿ ਦੈਟ ਹੀ ਲੈਕਡ ਮੈਨੇ ਅਣਹੋਂਦ ਸੀ, ਘਾਟਾ ਸੀ, ਕਿਸ ਚੀਜ਼ ਦਾ? ਦਾ ਜੀਨ, ਇੱਕ ਜੀਨ ਉਹ 'ਚ ਨਹੀਂ ਸੀਗਾ। ਫॉर ਮੇਕਿੰਗ ਗ੍ਰੀਨ ਪਿਗਮੈਂਟ, ਹਰੇ ਰੰਗ ਦਾ ਜਿਹੜਾ ਬਣਾਉਣ ਵਾਲਾ ਪਦਾਰਥ ਹੁੰਦਾ ਹੈ, ਤੱਤ ਹੁੰਦਾ ਹੈ, ਇਨ ਦੀ ਰੈਟੀਨਾ। ਰੈਟੀਨਾ ਹੁੰਦਾ ਬੱਚਿਓ ਅੱਖਾਂ ਦਾ ਪਰਦਾ। ਸਾਡੇ ਮੋਹਰੇ ਤੇ ਅੱਖਾਂ ਦਾ ਲੈਂਜ ਹੈਗਾ, ਤੇ ਉਹ ਅੱਖਾਂ ਦੀ ਜਿਹੜੀ ਬॉल ਹੈਗੀ ਹੈ, ਅੱਖਾਂ ਦਾ ਜਿਹੜਾ ਖੋਲਾ ਹੈਗਾ, ਉਹਦੇ ਪਿਛਲੇ ਪਾਸੇ ਸਾਡੇ ਅੰਦਰ ਖੋਪੜੀ 'ਚ ਇੱਕ ਪਰਦਾ ਹੁੰਦਾ, ਜਿਹਦੇ ਉੱਤੇ ਜੋ ਅਸੀਂ ਦੇਖਦੇ ਹਾਂ ਉਹਦਾ ਅਕਸ ਬਣਦਾ ਹੈ। ਉਹ ਅਕਸ ਦਾ ਫਿਰ ਜਿਹੜਾ ਮੈਸੇਜ ਹੈ ਉਹ ਸਾਡੇ ਬ੍ਰੇਨ ਨੂੰ ਜਾਂਦਾ ਹੈ, ਦਿਮਾਗ ਨੂੰ ਜਾਂਦਾ ਹੈ, ਤੇ ਫਿਰ ਅਸੀਂ ਸਾਹਮਣੇ ਸਾਨੂੰ ਦ੍ਰਿਸ਼ ਨਜ਼ਰ ਆਉਂਦਾ ਹੈ। ਇਹ ਸਾਰੀ ਗੱਲ ਜਿਹੜੀ ਹੈ ਜੋ ਮੈਂ ਤੁਹਾਨੂੰ ਸਮਝਾ ਰਿਹਾ, ਇਹ 10ਵੀਂ ਦੀ ਵਿਗਿਆਨ ਦੀ ਕਿਤਾਬ ਵਿੱਚ ਸਮਝਾਈ ਗਈ ਹੈ। ਜਿਹੜੇ ਬੱਚੇ ਰੁਚੀ ਰੱਖਦੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ 10ਵੀਂ ਦੀ ਵਿਗਿਆਨ ਦੀ ਕਿਤਾਬ, ਚਾਹੇ ਅੰਗਰੇਜ਼ੀ ਮੀਡੀਅਮ ਦੀ ਜਾਂ ਪੰਜਾਬੀ ਮੀਡੀਅਮ ਦੀ, ਖੋਲ੍ਹ ਕੇ ਦੇਖਣ। ਉਹ ਇੱਕ ਚੈਪਟਰ ਹੈ ਪੂਰਾ, ਉਹਦਾ ਸਿਰਲੇਖ ਹੀ ਹੈਗਾ ਆਈ, ਅਰਥਾਤ ਮਨੁੱਖੀ ਅੱਖ। ਉੱਤੇ ਸਾਰੀ ਗੱਲਾਂ ਸਮਝਾਈਆਂ ਹੋਈਆਂ ਕਿ ਰੈਟੀਨਾ ਕਿੱਦਾਂ ਹੈ ਤੇ ਰੈਟੀਨਾ ਦੀ ਕਿੱਦਾਂ ਇਮੇਜ ਬਣਦਾ ਹੈ। ਸੋ ਕਹਿੰਦੇ ਉਹ ਸਾਇੰਟਿਸਟਾਂ ਨੇ ਦੇਖਿਆ ਕਿ ਉਹਦੀ ਅੱਖਾਂ ਦੇ ਜਿਹੜਾ ਪਰਦਾ ਹੈ ਉਹਦੇ ਵਿੱਚ ਗ੍ਰੀਨ ਪਿਗਮੈਂਟ ਬਣਾਉਣ ਵਾਲਾ ਜਿਹੜਾ ਜੀਨ ਹੈ ਉਹ ਸੀਗਾ ਹੀ ਨਹੀਂ। ਤੁਹਾਨੂੰ ਮੈਂ ਦੱਸਿਆ ਨਾ ਕਿ ਜਿਹੜੀ ਕਲਰ ਬਲਾਈਂਡਨੈਸ ਦੀ ਬਿਮਾਰੀ ਹੈ ਇਹ ਜਮਾਂਦਰੂ ਹੁੰਦੀ ਹੈ, ਕੋਈ ਸੈੱਲ ਐਸੇ ਹੁੰਦੇ ਨੇ ਜੋ ਸਰੀਰ ਵਿੱਚ ਹੁੰਦੇ ਹੀ ਨਹੀਂ। ਸੋ ਹਰਾ ਰੰਗ ਬਣਾਉਣ ਵਾਲਾ ਜਿਹੜਾ ਪਿਗਮੈਂਟ ਸੀਗਾ, ਹਰਾ ਪਿਗਮੈਂਟ ਬਣਾਉਣ ਵਾਲਾ ਜਿਹੜਾ ਜੀਨ ਸੀ ਉਹ ਸੀਗਾ ਹੀ ਨਹੀਂ।
ਡੈਲਟਨ who lived from 1766 to 1844 ਕਹਿੰਦੇ ਡੈਲਟਨ ਜਿਹਨੇ 1766 ਤੋਂ ਲੈ ਕੇ 1844 ਤੱਕ ਦੀ ਉਮਰ ਹੰਢਾਈ। ਕਿੰਨੇ ਸਾਲ ਹੋ ਗਏ? 6 ਔਰ 8 14 8 6 ਔਰ 1 7 78 ਸਾਲ ਦੀ ਉਮਰ। ਉਹਨੇ 78 ਸਾਲ ਦੀ ਉਮਰ ਹੰਢਾਈ, ਅਰਥਾਤ 1766 ਤੋਂ ਲੈ ਕੇ 1844 ਤੱਕ ਜੋ ਜੀਵਿਆ। ਗੇਵ ਇੰਸਟਰਕਸ਼ਨਸ, ਉਹਨੇ ਹਿਦਾਇਤਾਂ ਦਿੱਤੀਆਂ। ਕਾਹਦੀਆਂ ਹਿਦਾਇਤਾਂ? ਫॉर ਹਿਜ਼ ਆਈਜ਼, ਆਪਣੀਆਂ ਅੱਖਾਂ ਵਾਸਤੇ। ਟੂ ਬੀ ਐਗਜ਼ਾਮਿਨਡ, ਉਹਨਾਂ ਦਾ ਨਿਰੀਖਣ ਕੀਤਾ ਜਾਵੇ। ਆਫਟਰ ਹਿਜ਼ ਡੈਥ, ਅਰਥਾਤ ਜਿਹੜਾ ਡੈਲਟਨ ਸੀ ਉਹ ਹਿਦਾਇਤਾਂ ਦੇ ਕੇ ਗਿਆ ਸੀਗਾ ਕਿ ਮਰਨ ਤੋਂ ਬਾਅਦ ਉਹਦੀਆਂ ਅੱਖਾਂ ਨੂੰ ਪ੍ਰੀਜ਼ਰਵ ਕਰ ਲਿਆ ਜਾਵੇ, ਸਾਂਭ ਲਿਆ ਜਾਵੇ, ਤੇ ਬਾਅਦ ਵਿੱਚੋਂ ਉਹਨਾਂ ਅੱਖਾਂ ਦਾ ਨਿਰੀਖਣ ਕੀਤਾ ਜਾਵੇ, ਪਰਖ ਕੀਤੀ ਜਾਵੇ, ਖੋਜ ਕੀਤੀ ਜਾਵੇ ਕਿ ਮੇਰੇ ਵਿੱਚ ਜੋ ਹੈ ਬਿਮਾਰੀ ਹੈ ਕਲਰ ਬਲਾਈਂਡਨੈਸ ਦੀ, ਇਹਦਾ ਕਾਰਨ ਕੀ ਹੈ। ਹੀ ਹੈਡ ਬਿਲੀਵਡ, ਉਹਨੇ ਉਹਦੇ ਆਪਣੀ ਅੱਖਾਂ ਤੇ ਜਿਹਦੇ 'ਚ ਉਹ ਉਹਦੀ ਪਰਖ ਕਰ ਨਹੀਂ ਸਕਦਾ, ਨਾਲੇ ਪਹਿਲਾ ਬੰਦਾ ਸੀਗਾ ਜਿਹਨੇ ਇਸ ਗੱਲ ਨੂੰ ਜਗਤ ਦੇ ਵਿੱਚ ਲਿਆਂਦਾ, ਤਾਂ ਹੀ ਉਹਦਾ ਨਾਮ ਬਿਮਾਰੀ ਦਾ ਪਿਆ ਡੈਲਟਨਿਜ਼ਮ। ਕਹਿੰਦੇ ਹੀ ਹੈਡ ਬਿਲੀਵਡ, ਉਹਨੂੰ ਇਹ ਯਕੀਨ ਸੀ ਜਾਂ ਉਹਨੂੰ ਭਰੋਸਾ ਸੀ ਜਾਂ ਉਹਨੂੰ ਵਿਸ਼ਵਾਸ ਸੀ, ਉਹ ਮੰਨਦਾ ਸੀ ਇੱਦਾਂ, ਮਤਲਬ ਕਿ ਅੰਦਾਜ਼ਾ ਸੀ ਉਹਦਾ। ਹੀ ਹੈਡ ਬਿਲੀਵਡ ਦੈਟ ਦੀ ਵਿਟਰੀਅਸ ਹਿਊਮਰ, ਹੁਣ ਬੱਚੇ ਦੇਖੋ ਵਿਟਰੀਅਸ ਹਿਊਮਰ ਕੀ ਹੁੰਦਾ? ਵਿਟਰੀਅਸ ਹਿਊਮਰ ਹੁੰਦਾ ਬੱਚੋ ਇੱਕ ਜੈਲੀ ਲਾਈਕ ਪਦਾਰਥ ਹੁੰਦਾ ਹੈ, ਜਿਹਦਾ ਜੈਲੀ ਜੀ ਨਹੀਂ ਹੁੰਦੀ ਅਸੀਂ ਖਾਂਦੇ ਹਾਂ, ਪਰ ਜੈਲੀ ਹੁੰਦੀ ਟਰਾਂਸਪੇਰੈਂਟ, ਪਾਰਦਰਸ਼ੀ, ਜਿੱਦਾਂ ਕੱਚ ਹੁੰਦਾ ਹੈ, ਸ਼ੀਸ਼ਾ ਹੁੰਦਾ ਹੈ, ਜਿਹੜਾ ਆਰ ਪਾਰ ਨਜ਼ਰ ਆ ਜਾਏ ਜੈਲੀ। ਤੇ ਇਹ ਜਿੱਦਾਂ ਮਤਲਬ ਕਹਿ ਲਓ ਜਿੱਦਾਂ ਸ਼ਹਿਦ ਟਾਈਪ ਕਹਿ ਲਓ, ਸ਼ਹਿਦ ਤੇ ਫਿਰ ਵੀ ਖਾਕੀ ਰੰਗ ਵਿੱਚ ਹੁੰਦਾ ਹੈ। ਇਹ ਜੈਲੀ ਸਾਡੇ ਖੋਲੇ ਵਿੱਚ ਭਰੀ ਹੁੰਦੀ ਹੈ। ਜਿਹੜਾ ਸਾਡਾ ਲੈਂਸ ਹੈ, ਅੱਖਾਂ ਦਾ ਲੈਂਸ ਮੋਹਰੇ ਹੈਗਾ, ਉਹਦੇ ਪਿੱਛੇ ਜਿਹੜਾ ਖੋਲਾ ਹੈ, ਅੱਖ ਦੀ ਜਿਹੜੀ ਬॉल ਹੈਗੀ ਹੈ, ਉਹਦੇ ਵਿੱਚ ਜੈਲੀ ਟਾਈਪ ਪਦਾਰਥ ਭਰਿਆ ਹੁੰਦਾ ਹੈ। ਇਹਨੂੰ ਕਹਿੰਦੇ ਵਿਟਰੀਅਸ ਹਿਊਮਰ। ਹੁਣ ਜੇ ਤੁਸੀਂ ਫੇਰ ਇਹਦੇ ਬਾਰੇ ਹੋਰ ਵਾਧੂ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਮੈਂ ਤੁਹਾਨੂੰ ਫੇਰ ਪ੍ਰੇਰਨਾ ਕਰਾਂਗਾ ਕਿ 10ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਖੋਲੋ ਤੇ ਉਹਦੇ ਵਿੱਚ ਚੈਪਟਰ ਹੈਗਾ ਹਿਊਮਨ ਆਈ, ਅਰਥਾਤ ਮਨੁੱਖੀ ਅੱਖ, ਉਸ ਤੁਹਾਨੂੰ ਜ਼ਿਆਦਾ ਵੇਰਵਾ ਮਿਲ ਜਾਏਗਾ। ਸੋ ਹੀ ਹੈਡ ਬਿਲੀਵਡ ਦੈਟ ਦੀ ਵਿਟਰੀਅਸ ਹਿਊਮਰ ਦੀ ਕਲੀਅਰ ਮਾਨੇ ਪਾਰਦਰਸ਼ੀ, ਸਬਸਟਾਂਸ ਪਦਾਰਥ, ਇਨ ਦੀ ਇਨਰ ਚੈਂਬਰ ਆਫ ਦੀ ਆਈ, ਇਨਰ ਚੈਂਬਰ ਮਾਨੇ ਅੰਦਰਲਾ ਖੋਲਾ ਜੋ ਅੱਖ ਦਾ ਹੈ, ਉਹਦੇ ਵਿੱਚ ਇਹ ਪਦਾਰਥ ਭਰਿਆ ਹੁੰਦਾ ਹੈ। ਮਸਟ ਇਨ ਇਸ ਕੇਸ, ਕਹਿੰਦੇ ਉਹਦੇ ਕੇਸ ਵਿੱਚ, ਮਤਲਬ ਕਿ ਡੈਲਟਨ ਦੇ ਕੇਸ ਵਿੱਚ ਬੀ ਟਿੰਟਡ ਬਲੂ, ਉਹਨੂੰ ਲੱਗਿਆ ਹੋਣਾ ਕਿ ਇਹ ਜਿਹੜਾ ਵਿਟਰੀਅਸ ਹਿਊਮਰ ਹੈ ਬਾਕੀ ਅੱਖਾਂ ਵਿੱਚ ਤੇ ਪਾਰਦਰਸ਼ੀ ਹੁੰਦਾ, ਕਲੀਅਰ ਹੁੰਦਾ, ਤੇ ਉਹਦਾ ਸ਼ਾਇਦ ਨੀਲੇ ਰੰਗ ਦਾ ਹੋਏਗਾ। ਟਿੰਟਡ ਬਲੂ ਮਾਨੇ ਉਹ 'ਚ ਨੀਲੇ ਰੰਗ ਦਾ ਝਲਕਾਰਾ ਹੋਏਗਾ। ਟਿੰਟਡ ਹੁੰਦਾ ਹਲਕੀ ਜਿਹੀ ਝਲਕ, ਹਲਕਾ ਜਿਹਾ ਉਹ 'ਚ ਝਾਲ, ਮਤਲਬ ਸ਼ੇਡ, ਫਿੱਕਾ ਨੀਲਾ ਰੰਗ ਹੋਏਗਾ। ਸੋ ਦੈਟ ਇਟ ਐਬਜ਼ੌਰਬਡ ਰੈਡ ਲਾਈਟ, ਜਿਹਦੇ ਕਰਕੇ ਉਹ ਜਿਹੜਾ ਸੀਗਾ ਉਹ ਲਾਲ ਰੋਸ਼ਨੀ ਨੂੰ ਸੋਖ ਲੈਂਦਾ ਸੀਗਾ ਤੇ ਉਹਦਾ ਇਮੇਜ ਜਿਹੜਾ ਹੈ ਰੈਟੀਨਾ ਵਿੱਚ ਬਣਨ ਨਹੀਂ ਦਿੰਦਾ ਸੀਗਾ, ਇਸ ਕਰਕੇ ਉਹਨੂੰ ਲਾਲ ਰੰਗ ਦਾ ਨਹੀਂ ਪਤਾ ਲੱਗਦਾ ਸੀ। ਇਹ ਵਿਸ਼ਵਾਸ ਸੀਗਾ ਡੈਲਟਨ ਦਾ, ਪਰ ਇਹ ਗੱਲ ਸਹੀ ਸਾਬਤ ਨਹੀਂ ਹੋਈ ਜਦੋਂ ਸਾਇੰਟਿਸਟਾਂ ਨੇ DNA ਨੂੰ ਐਗਜ਼ਾਮਿਨ ਕੀਤਾ। और देखिए कहते एट दी ऑटोपसी, हुण ऑटोपसी की हुंदा बच्चों? ऑटोपसी का दूजा नाम है पोस्टमार्टम। पोस्टमार्टम का मतलब की हुंदा है, जिहड़ी लाश हुंदी है उहनूं चीरिया जांदा है ते उहदे अंगां दी परख कीती जांदी है। ये दो मूल कारण हुंदे ने, एक तो यह देखण लई कि मौत का की कारण होया। ज़्यादातर पुलिस वाले यह करवाते हैं जदों किसी का कतल हो जाए तो जानना चाहते हैं भी मौत किहदे करके हुई है। सो डॉक्टर वो पोस्टमार्टम करते हैं तो पता लगा लेंगे ने भी मौत का की कारण है, साह घुटन ना होया है, जहर खाण ना होया है, गोली लगन ना होया है, की कारण है। तो दूजा होंदा ऑटोपसी इस करके भी की जाती है, जिद्दां कई बंदे अपना शरीर दे देंगे ने हस्पताल में भी मेरे शरीर में साड़िया ना जाए या दबिया ना जाए। जिद्दां गुरबाणी भी कहती एक दज्जां एक दब्बियां, एक ना कुत्ते खाए, एक पानी विच सुट्टियां, एक भी फिर हसन पाए, नानक एव न जाबी कित्थे जाए समाए। अर्थात शरीर नूं तुसीं दब दो या साड़ दो या गिद्दां कावां नूं खाण नूं दे दो या पानी छड्ड दो या मतलब कि जो मर्जी कर दो, ਉਹਦੇ ਨਾਲ कोई बंदे की मुक्ति या जो फलाना गल्लां स्वर्ग नरक का कोई फर्क नहीं पैंदा। असल गल महत्वपूर्ण गुरु नानक पातशाह कहते हैं भी असीं जिंदगी किवें गुजारी है, ਜਿਹੜੇ ਸਾਹ ਅਸੀਂ ਲਏ ਨੇ ਉਹ ਕਿਹੜੇ ਲਿਖੇ ਲਾਏ ਨੇ, ਉਹ ਮਹੱਤਵਪੂਰਨ ਨੇ। ਸੋ ਜਦੋਂ ਮੈਂ ਵੀ ਮੇਰੇ ਮਨ 'ਚ ਵੀ ਵਿਚਾਰ ਹੈ ਕਿ ਜਦੋਂ ਮੈਂ ਮਰਾਂ ਤੇ ਮੇਰਾ ਸਰੀਰ ਜਿਹੜਾ ਹੈ ਉਹ ਕਿਸੇ ਹਸਪਤਾਲ ਨੂੰ ਸੌਂਪ ਦਿੱਤਾ ਜਾਵੇ ਤੇ ਡਾਕਟਰ ਜਿਹੜੇ ਨੇ ਇਸ ਸਰੀਰ ਦੀ ਕੋਈ ਛਾਣਬੀਨ ਕਰਕੇ ਕੋਈ ਅਗਰ ਉਹਨਾਂ ਨੇ ਖੋਜ ਕਰਨੀ ਹੈ ਉਹ ਤੇ ਰਿਸਰਚ ਕਰਨੀ ਤੇ ਕਰ ਸਕਦੇ ਨੇ। ਤੇ ਕਈ ਜਿਹੜੇ ਵਿਦਿਆਰਥੀ ਨੇ ਨਵੇਂ ਜਿਹੜੇ MBBS ਜੁਆਇਨ ਕਰਦੇ ਨੇ ਉਹਨਾਂ ਦੀ ਪੜ੍ਹਾਈ ਲਈ ਵੀ ਹੈ ਲਾਸ਼ਾਂ ਦੀ ਜਿਹੜੀ ਆਟੋਪਸੀ ਹੈ ਸਿੱਖਣ ਲਈ ਬੜੀ ਲਾਹੇਵੰਦ ਹੁੰਦੀ ਹੈ। ਸੋ ਆਟੋਪਸੀ ਦਾ ਮਤਲਬ ਹੁੰਦਾ ਬੱਚਿਓ ਲਾਸ਼ ਨੂੰ ਚੀਰ ਕੇ ਫਾੜ ਕੇ ਉਹਦੀ
पड़ताल करनी, कोई बीमारी का कारण लभना या मौत का कारण लभना, ठीक है, उन्होंने कहते हैं ऑटोपसी। तो जिहड़ा दूजा नाम है पोस्टमार्टम, जिहड़ा कि आम असी आम बोली विच बोलते हैं। सो एट दी ऑटोपसी अर्थात पोस्टमार्टम वेले नो सच ब्लू टिंट वाज फाउंड, अर्थात डेल्टन का विश्वास गलत साबित होया कि ਉਹਦਾ ਜਿਹੜਾ ਵਿਟਰੀਅਸ ਹਿਊਮਰ ਸੀਗਾ ਉਹਦੇ ਵਿੱਚ ਨੀਲੇ रंग का ਜਿਹੜਾ शेड ਜਿਹਨੂੰ ਉਹ लगता सी होएगा वो नहीं मिलिया। वो नो सच ब्लू टिंट वाज फाउंड, अर्थात नीले रंग का झलकारा ਉਹਦੇ ਵਿੱਚ कोई भी नहीं ਸੀਗਾ, विटरीअस ह्यूमर बिल्कुल ट्रांसपेरेंट कच वर्गा साफ ਸੀਗਾ। बट फ्रॉम डेल्टन्स परसैप्शन ऑफ हाउ ही परसीव्ड लाइट, पर ਕਹਿੰਦੇ ਜਿਹੜਾ ਉਹਦਾ ਡੈਲਟਨ ਦਾ ਇਹ ਅਨੁਭਵ ਸੀਗਾ ਕਿ ਉਹ ਲਾਈਟ ਨੂੰ ਰੋਸ਼ਨੀ ਨੂੰ ਕਿਵੇਂ ਸਮਝਦਾ ਸੀਗਾ। ਉਹਦਾ ਪਰਸੈਪਸ਼ਨ ਦਾ ਮਤਲਬ ਹੁੰਦਾ ਹੈ ਅਨੁਭਵ, ਉਹਦੀ ਜਿਹੜੀ ਸਮਝ ਸੀਗੀ ਹਾਊ ਹੀ ਪਰਸੀਵਡ ਲਾਈਟ, ਅਰਥਾਤ ਉਹਨੇ ਰੋਸ਼ਨੀ ਨੂੰ ਕਿਵੇਂ ਸਮਝਿਆ, ਕਿਵੇਂ ਦੇਖਿਆ। ਉਧਰੋਂ ਸਾਇੰਟਿਸਟ ਹੈਵ ਕਨਕਲੂਡਡ ਮਤਲਬ ਉਹਨੇ ਸਿੱਟਾ ਕੱਢਿਆ ਹੈ, ਵਿਗਿਆਨੀਆਂ ਨੇ ਇਹ ਸਿੱਟਾ ਕੱਢਿਆ ਹੈ that ਕਿ he must have lacked the pigment in the retina that is sensitive to red light, अर्थात ਉਹਦਾ ਜੋ ਰੈਟੀਨਾ ਸੀ, ਉਹਦਾ ਜੋ ਅੱਖ ਦਾ ਪਰਦਾ ਸੀ, ਉਹਦੇ ਵਿੱਚ ਉਹ ਜਿਹੜੀ ਪਿਗਮੈਂਟ ਹੈ ਉਹ ਗਾਇਬ ਹੋਣੀ ਹੈ, ਉਹ ਨਹੀਂ ਹੋਣੀ। ਕਿਹੜੀ ਪਿਗਮੈਂਟ? that is sensitive to red light, ਜਿਹੜੀ ਕਿ ਲਾਲ ਰੋਸ਼ਨੀ ਦੇ ਪ੍ਰਤੀ ਸੰਵੇਦਨ ਹੋਵੇ ਜਾਂ ਲਾਲ ਰੋਸ਼ਨੀ ਦਾ ਪ੍ਰਭਾਵ ਗ੍ਰਹਿਣ ਕਰਨ ਲਈ ਸਮਰੱਥ ਹੋਵੇ। ਉਹ ਜਿਹੜੀ ਕੀ ਕਹਿੰਦੇ ਪਿਗਮੈਂਟ ਸੀਗੀ ਰੈਟੀਨਾ ਵਿੱਚ, ਜਿਹੜੀ ਰੈੱਡ ਲਾਈਟ ਦੇ ਪ੍ਰਤੀ ਸੈਂਸਿਟਿਵ ਹੋਵੇ, ਉਹ ਉਹਦੀ ਅੱਖ ਵਿੱਚ ਨਹੀਂ ਸੀ। ਸੋ ਇਹਦੇ ਨਾਲ ਸਾਡਾ ਪੈਰਾਗ੍ਰਾਫ ਖਤਮ ਹੁੰਦਾ ਹੈ। ਸੋ ਇਹ ਥੋੜ੍ਹਾ ਕਿਉਂਕਿ ਵਿਗਿਆਨ ਦੇ ਨਾਲ ਜੁੜਿਆ ਹੋਇਆ ਸੀਗਾ, ਇਸ ਕਰਕੇ ਮੈਂ ਜੋੜ ਕੇ ਤੁਹਾਨੂੰ ਹੋਰ ਡਿਟੇਲ ਦੇ ਵਿੱਚ ਗੱਲਾਂ ਦੱਸੀਆਂ ਨੇ। ਆਓ ਹੁਣ ਇਹਦੇ ਸਵਾਲ ਜਵਾਬ ਦੇਖੀਏ। ਸੋ ਵਿਚ ਕਲਰਸ ਕੁਡ ਨਾਟ ਬੀ ਡਿਸਟਿੰਗੁਇਸ਼ਡ ਬਾਈ ਡੈਲਟਨ, तो सीधा लिखा बच्चा स्टार्टिंग च लिखा रेड फ्रॉम ग्रीन, ही कुड नॉट डिस्टिंग्विश रेड फ्रॉम ग्रीन, ये तो सौखा ही है। वट इंस्ट्रक्शंस डिड डेल्टन गिव रिगार्डिंग दी हिज आईज, अपन अखां के प्रति डेल्टन ने किहड़ियां हिदायतां दित्तियां? उन्हें कहा सी कि मेरियां अखां नूं बाद चों निरीखण किया जाए। सो टू बी एग्जामिनड आफ्टर डैथ, ਉਹਦੀ मौत तो बाद ਉਹਦੀਆਂ अखां की परख की जाए, पड़ताल की जाए, खोज की जाए, यह ਉਹਦੀ हिदायत सी। ताई करके ਉਹਦੀਆਂ अखां नूं फिर डॉक्टरां ने ਉਹਦਾ DNA चैक किया सी। फिर आ गया कहते विच लैंग्वेजेस स्टिल यूज द वर्ड डेल्टनिज्म, वो लिखा है बच्चों स्टार्टिंग के पहले स्लाइड में ही कि फ्रेंच, स्पैनिश एंड रशियन स्टिल यूज द वर्ड डेल्टनिज्म। फ्रेंच, स्पैनिश ते रशियन बोलियां हाले भी डेल्टनिज्म शब्द की वरतों करदियां हन। वट डिड डेल्टन बिलीव अबाउट हिज ओन ब्लाइंडनेस, कहते ਉਹਦੀ अपनी जी कलर ब्लाइंडनेस सी ਉਹਦੇ बारे डेल्टन का की विश्वास सी। सो डेल्टन बिलीव दैट द विट्रियस ह्यूमर, ਉਹਦਾ ਵਿਸ਼ਵਾਸ ਸੀ ਕਿ ਜੋ ਵਿਟਰੀਅਸ ਹਿਊਮਰ ਹੈ, ਕੀ ਹੈਗਾ ਵਿਟਰੀਅਸ ਹਿਊਮਰ? ਦੀ ਕਲੀਅਰ ਸਬਸਟੈਂਸ ਇਨ ਦੀ ਇਨਰ ਚੈਂਬਰ ਆਫ ਦੀ ਆਈਸ, ਅੱਖਾਂ ਦੇ ਵਿੱਚ ਖੋਲੇ ਵਿੱਚ ਜਿਹੜਾ ਅੰਦਰਲਾ ਖੋੜਾ ਹੈ ਉਹਦੇ ਵਿੱਚ ਜੈਲੀ ਵਰਗਾ ਇੱਕ ਪਦਾਰਥ ਭਰਿਆ ਹੁੰਦਾ ਹੈ, ਉਹਨੂੰ ਕਿਹਾ ਜਾਂਦਾ ਹੈ ਵਿਟਰੀਅਸ ਹਿਊਮਰ। ਉਹ ਕਹਿੰਦੇ ਮਸਟ ਬੀ ਟਿੰਟਡ ਬਲੂ ਇਨ ਹਿਸ ਕੇਸ, ਉਹਨੂੰ ਇਹ ਯਕੀਨ ਸੀਗਾ ਕਿ ਉਹਦਾ ਜਿਹੜਾ ਅੰਦਰਲਾ ਵਿਟਰੀਅਸ ਹਿਊਮਰ ਹੈ ਉਹ ਹਲਕੇ ਨੀਲੇ ਸ਼ੇਡ ਵਿੱਚ ਹੋਏਗਾ, ਸੋ ਦੈਟ ਇਟ ਐਬਜ਼ੌਰਬਡ ਰੈੱਡ ਲਾਈਟ, ਜਿਹਦੇ ਕਰਕੇ ਉਹ ਲਾਲ ਰੋਸ਼ਨੀ ਨੂੰ ਆਪਣੇ ਅੰਦਰ ਸੋਖ ਲੈਂਦਾ ਸੀਗਾ ਤੇ ਲਾਲ ਰੋਸ਼ਨੀ ਦਾ ਅਕਸ ਜਿਹੜਾ ਇਮੇਜ ਹੈ ਉਹਦੇ ਰੈਟੀਨਾ ਤੇ ਨਹੀਂ ਬਣਦਾ ਸੀ ਤੇ ਉਹਨੂੰ ਲਾਲ ਰੰਗ ਦਾ ਨਹੀਂ ਪਤਾ ਲੱਗਦਾ ਸੀ। ਅੱਗੇ ਚਲੀਏ। ਫਿਰ ਕਹਿੰਦੇ ਫਿਲ ਇਨ ਦੀ ਬਲੈਂਕ ਵਿਦ ਅ ਸੂਟੇਬਲ ਵਰਡ ਫਰੋਮ ਦੀ ਪੈਸੇਜ। ਸੋ ਇਹ ਸੌਖਾ ਹੀ ਹੈ। ਸਾਇੰਟਿਸਟ ਕੰਕਲੂਡਡ दैट ही लैक्ड अ पिगमेंट इन हिज रेटिना, अर्थात ਸਾਇੰਟਿਸਟ ਨੇ ਇਹ ਸਿੱਟਾ ਕੱਢਿਆ ਕਿ ਉਹਦੀ ਰੈਟੀਨਾ ਦੇ ਵਿੱਚ एक पिगमेंट जोड़ा सी वो मिसिंग सीगा। मैच दी फॉलोइंग वर्ड्स इन कॉलम ए विद मीनिंग इन कॉलम बी। सो डिस्क्राइब का मतलब होंगे बच्चों एक्सप्लेन्ड, वेरवा देना, डिस्क्राइब ने वेरवा दिता, एक्सप्लेन का मतलब ये है विस्तार नाल दस्सिया, व्याख्या की, ठीक है। फिर एग्जामिनड का मतलब है परख करनी, निरीक्षण करना। सो चैक्ड, चैक किया, परख करनी, एग्जामिन मैंने चैक किया, एग्जामिनड मैंने चैक किया, चैक्ड मैंने भी चैक्ड किया, परख की, निरीक्षण किया, पड़ताल की। सो ऐसी प्यारे विद्यार्थियों तुहाडा पैराग्राफ नंबर 3। सो तुसी इसी तरह नेम दे नाल अनुशासन नाल अपनी पढ़ाई करी चलो ते अगले वीडियो तक ਲਈ गुड बाय। तुहाडा सारिਆਂ ਦਾ बहुत बहुत धन्यवाद। रब राखा। थैंक यू वेरी मच।